ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਤਿਗੁਰ ਕੀ ਪਾਵਨ ਬਾਣੀ ਦਾ ਇਹ ਅੰਮ੍ਰਿਤ ਬਚਨ, ਸਤਿਗੁਰ ਸ਼ਬਦ ਉਜ਼ਾਰੋ ਦੀਪਾ। ਗੁਰੂ ਦਾ ਸ਼ਬਦ ਇੱਕ ਉਸ ਦੀਵੇ ਦੀ ਨਿਆਈ ਹੈ ਜੋ ਹਮੇਸ਼ਾ ਸੰਸਾਰ ਜਗਤ ਨੂੰ ਰੋਸ਼ਨੀ ਦਿੰਦਾ ਹੈ। ਫਰਕ ਸਿਰਫ ਇੰਨਾ ਹੈ, ਜਿਹੜਾ ਉਸ ਦੀਵੇ ਦੀ ਰੋਸ਼ਨੀ ਦੇ ਅਧੀਨ ਹੋ ਕੇ ਚੱਲਦਾ ਹੈ। ਅਧੀਨ ਹੋ ਕੇ ਚੱਲਣ ਦਾ ਮੇਰਾ ਮਤਲਬ ਹੈ ਜਿਹੜਾ ਉਸ ਨੂੰ ਫੋਲੋ ਕਰਦਾ ਹੈ। ਜੀਵਨ ਵਿੱਚ ਧਿਆਨ ਦੇਣਾ, ਫੋਲੋ ਕਰਨ ਦੇ ਲਈ ਗੁਰੂ ਨੂੰ ਸਮਝਣਾ ਬੜਾ ਜ਼ਰੂਰੀ ਹੈ, ਗੁਰੂ ਨੂੰ ਵਾਚਣਾ ਬੜਾ ਜ਼ਰੂਰੀ ਹੈ। ਸਿਰਫ ਗੁਰੂ ਦੇ ਦਰ ਤੇ ਆ ਜਾਣਾ ਹੀ ਪੂਰਨਤਾ ਨਹੀਂ ਹੈ। ਇੱਕ ਬੱਚੇ ਦਾ ਸਕੂਲ ਵਿੱਚ ਪਹੁੰਚ ਜਾਣਾ, ਇਹ ਉਸ ਬੱਚੇ ਦਾ ਕਿਸੇ ਮੁਕਾਮ ਤੇ ਪਹੁੰਚਣਾ ਨਹੀਂ ਹੈ। ਬੱਚੇ ਦਾ ਸਕੂਲ ਵਿੱਚ ਪਹੁੰਚ ਜਾਣਾ, ਇਹ ਉਸ ਦੇ ਮੁਕਾਮ ਦੀ ਆਰੰਭਤਾ ਹੈ। ਇਹ ਉਸ ਦੇ ਜੀਵਨ ਦਾ ਪਹਿਲਾ ਪੜਾਅ ਹੈ, ਜਿਹਨੇ ਉਹਨੂੰ ਸ਼ੁਰੂ ਕੀਤਾ ਹੈ, ਆਰੰਭ ਕੀਤਾ ਹੈ। ਮੰਜ਼ਿਲ ਉਸ ਨੂੰ ਉਸ ਦਿਨ ਮਿਲਣੀ ਹੈ ਜਿੱਦਣ ਉਹ ਇਸ ਗਿਆਨ ਦੇ ਸਿਖਰ ਤੇ ਪਹੁੰਚ ਕੇ ਜੀਵਨ ਦੇ ਵਿੱਚ ਕਿਸੇ ਅਵਸਥਾ ਨੂੰ ਪ੍ਰਾਪਤ ਕਰ ਲਏਗਾ, ਜੀਵਨ ਦੇ ਵਿੱਚ ਕਿਸੇ ਮੁਕਾਮ ਤੇ ਪਹੁੰਚ ਜਾਏਗਾ। ਇਸੇ ਤਰ੍ਹਾਂ ਧਰਮ ਦੇ ਮਾਰਗ ਤੇ, ਗੁਰੂ ਕੇ ਦਰ ਤੇ ਆਣਾ, ਧਾਰਮਿਕ ਅਸਥਾਨ ਤੇ ਆ ਜਾਣਾ ਸਿਖਰਤਾ ਨਹੀਂ ਹੈ। ਇਹ ਤੇ ਜੀਵਨ ਦਾ ਪਹਿਲਾ ਪੜਾਅ ਹੈ। ਇੱਥੋਂ ਤੇ ਆਰੰਭਤਾ ਹੈ, ਇਸ ਤੋਂ ਅੱਗੇ ਚੱਲਣਾ ਹੈ ਤਾਂ ਕਿ ਕਿਸੇ ਪੜਾਅ ਤੇ ਪਹੁੰਚ ਜਾਈਏ। ਔਰ ਇਹ ਸਭ ਕੁਝ ਤਦ ਸੰਭਵ ਹੈ ਜੇ ਮਨੁੱਖ ਕੋਲੋਂ ਸਤਿਗੁਰ ਦਾ ਅਗੰਮੀ ਗਿਆਨ ਆ ਜਾਏ। ਮੈਂ ਇੱਕ ਬੇਨਤੀ ਕਰਦਿਆਂ, ਗਿਆਨ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ, ਕਬੀਰ ਜਹਾਂ ਗਿਆਨ ਤਹ ਧਰਮ ਹੈ। ਜਿੱਥੇ ਗਿਆਨ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਉਹ ਧਰਮ ਹੋ ਹੀ ਉੱਥੇ ਸਕਦਾ ਹੈ। ਜਿੱਥੇ ਗਿਆਨ ਨਹੀਂ, ਉੱਥੇ ਧਰਮ ਨਹੀਂ, ਉੱਥੇ ਅਸਲ ਵਿੱਚ ਅਧਰਮ ਹੋਏਗਾ। ਬੜੇ ਸੰਸਾਰ ਵਿੱਚ ਐਸੀਆਂ ਥਾਵਾਂ ਨੇ ਜਿੱਥੇ ਮਨੁੱਖ ਧਰਮ ਦੀ ਆੜ ਵਿੱਚ, ਧਰਮ ਦੀ ਓਟ ਵਿੱਚ ਬਹੁਤ ਕੁਝ ਐਸਾ ਕਰਦਾ ਹੈ ਜੋ ਧਰਮ ਨਹੀਂ ਕਹਿਣ ਦੀ, ਜੋ ਧਰਮ ਕਮਾਉਣ ਦੀ ਆਗਿਆ ਨਹੀਂ, ਜੋ ਧਰਮ ਕਰਨ ਦੀ ਆਗਿਆ ਨਹੀਂ ਦਿੰਦਾ, ਪਰ ਮਨੁੱਖ ਕਰਦਾ ਹੈ। ਕਿਉਂ ਕਰਦਾ ਹੈ? ਕਿਉਂਕਿ ਇਹ ਆਪਣੇ ਜੀਵਨ ਵਿੱਚ ਗਿਆਨ ਨੂੰ ਸਮਝਣਾ ਹੀ ਨਹੀਂ ਚਾਹੁੰਦਾ। ਗੱਲ ਸਮਝ ਵਿੱਚ ਆਵੇ, ਮੈਂ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਦੇ ਚਰਨਾਂ ਵਿੱਚ ਰੱਖ ਦਿਆਂ। ਇੱਕ ਮਨੁੱਖ, ਇਹਨੇ ਇੱਕ ਤੋਤਾ ਖਰੀਦਿਆ, ਇੱਕ ਪੰਛੀ ਖਰੀਦਿਆ ਜਿਹੜਾ ਪਿੰਜਰੇ ਦੇ ਵਿੱਚ ਕੈਦ ਹੈ। ਇਹ ਉੱਡਣ ਵਾਲਾ ਪਰਿੰਦਾ ਹੈ। ਉਸ ਪੰਛੀ ਨੂੰ ਲੈ ਕੇ ਤੁਰਿਆ ਜਾ ਰਿਹਾ ਸੀ ਤੇ ਰਸਤੇ 'ਚ ਜਾਂਦੇ ਉਸ ਪਰਿੰਦੇ ਨੇ, ਉਸ ਪੰਛੀ ਨੇ ਪਿੰਜਰੇ ਦੇ ਵਿੱਚੋਂ ਉਸ ਮਨੁੱਖ ਨੂੰ ਆਵਾਜ਼ ਮਾਰੀ। ਬੋਲਣਾ ਜਾਣਦਾ ਸੀ ਤੇ ਆਵਾਜ਼ ਮਾਰ ਕੇ ਕਹਿੰਦਾ, ਹੇ ਭਲੇ ਪੁਰਖਾ, ਜੇ ਤੂੰ ਮੈਨੂੰ ਛੱਡ ਦੇਵੇ ਨਾ ਤੇ ਮੈਂ ਤੈਨੂੰ ਜੀਵਨ ਦੇ ਬੜੇ 3 ਅਮੋਲਕ ਬਚਨ ਦੱਸਾਂਗਾ। ਅਮੋਲਕ ਬਚਨ, ਉਹ ਜਿਹੜੇ ਤੇਰੇ ਜੀਵਨ ਦੇ ਵਿੱਚ ਕੰਮ ਆਣਗੇ। ਜੇ ਤੂੰ ਕਿਤੇ ਮੈਨੂੰ ਛੱਡ ਦੇ ਨਾ, ਦੇਖ, ਮੈਨੂੰ ਲਿਜਾ ਕੇ ਤੈਨੂੰ ਮਿਲਣਾ ਕੁਝ ਨਹੀਂ, ਮੈਨੂੰ ਰੱਖ ਕੇ ਵੀ ਤੈਨੂੰ ਕੁਝ ਪ੍ਰਾਪਤ ਨਹੀਂ ਹੋਣਾ। ਜੇ ਤੂੰ ਮੈਨੂੰ ਛੱਡ ਦੇ ਤੇ ਤੈਨੂੰ 3 ਅਮੋਲਕ ਜੀਵਨ ਦੇ ਬਚਨ ਮੈਂ ਦਿਆਂਗਾ, ਜਿਹੜੇ ਤੇਰੇ ਜੀਵਨ ਦੇ ਹਰ ਪੜਾਅ ਵਿੱਚ ਕੰਮ ਆਣਗੇ। ਬੰਦਾ ਸੋਚਦਾ ਹੈ ਤੇ ਸੋਚ ਕੇ ਕਹਿੰਦਾ ਵੀ ਚਲੋ ਠੀਕ ਹੈ, ਮੈਂ ਤੈਨੂੰ ਛੱਡਣ ਲਈ ਤਿਆਰ ਹਾਂ, ਤੂੰ ਮੈਨੂੰ ਉਹ 3 ਅਮੋਲਕ ਬਚਨ ਦੱਸ। ਉਹ ਕਹਿੰਦਾ, ਮੇਰੀ ਇੱਕ ਸ਼ਰਤ ਹੈ, ਜਦੋਂ ਤੂੰ ਪਿੰਜਰਾ ਖੋਲੇਗਾ ਨਾ, ਮੈਂ ਪਹਿਲਾ ਅਮੋਲਕ ਬਚਨ ਤੈਨੂੰ ਉਦੋਂ ਦੱਸਾਂਗਾ ਜਦੋਂ ਮੈਂ ਪਿੰਜਰੇ ਵਿੱਚੋਂ ਉੱਡ ਕੇ ਤੇ ਰੁੱਖ ਤੇ ਬਹਿ ਜਾਵਾਂਗਾ। ਮੈਂ ਦੂਜਾ ਅਮੋਲਕ ਬਚਨ ਤੈਨੂੰ ਉਦੋਂ ਦੱਸਾਂਗਾ ਤੇ ਜਦੋਂ ਉਸ ਰੁੱਖ ਤੋਂ ਉੱਡਾਂਗਾ ਅਸਮਾਨ ਵੱਲ, ਤੇ ਤੀਜਾ ਅਮੋਲਕ ਬਚਨ ਤੈਨੂੰ ਉਦੋਂ ਦਵਾਂਗਾ। ਉਹ ਬੰਦਾ ਮੰਨ ਗਿਆ, ਉਹਨੇ ਪਿੰਜਰਾ ਖੋਲ ਦਿੱਤਾ। ਉਹ ਪੰਛੀ ਪਿੰਜਰੇ ਵਿੱਚੋਂ ਉੱਡਿਆ। ਜਿਵੇਂ ਉੱਡਿਆ ਤੇ ਉਹਨੇ ਪਹਿਲਾ ਅਮੋਲਕ ਬਚਨ ਉਸ ਮਨੁੱਖ ਨੂੰ ਦਿੱਤਾ। ਉਹ ਕਹਿਣ ਲੱਗਾ, ਮੇਰੀ ਇੱਕ ਗੱਲ ਚੇਤੇ ਰੱਖੀ, ਪਹਿਲਾ ਜੀਵਨ ਦਾ ਅਮੋਲਕ ਬਚਨ ਮੈਂ ਤੈਨੂੰ ਦੱਸਣ ਲੱਗਾ, ਕਦੀ ਵੀ ਜੀਵਨ ਦੇ ਵਿੱਚ ਜੋ ਬੀਤ ਜਾਏ, ਬੀਤੇ ਹੋਏ ਤੇ ਕਦੇ ਪਛਤਾਵਾ ਨਾ ਕਰੀ। ਜੋ ਜੀਵਨ ਵਿੱਚ ਬੀਤ ਗਿਆ ਨਾ, ਉਹਦੇ ਤੇ ਕਦੀ ਵੀ ਪਛਤਾਈ ਨਾ। ਜੋ ਜੀਵਨ ਵਿੱਚ ਲੰਘ ਗਿਆ, ਉਹਦੇ ਤੇ ਕਦੀ ਪਛਤਾਵਾ ਨਾ ਕਰੀ। ਇਹਨੇ ਨੂੰ ਉੱਡਿਆ, ਉੱਡ ਕੇ ਰੁੱਖ ਤੇ ਬਹਿ ਗਿਆ ਤੇ ਕਹਿਣ ਲੱਗਾ, ਹੁਣ ਦੂਜਾ ਅਮੋਲਕ ਬਚਨ ਸੁਣ। ਉਹ ਕਹਿਣ ਲੱਗਾ, ਇੱਕ ਗੱਲ ਚੇਤੇ ਰੱਖੀ, ਦੂਜਾ ਅਮੋਲਕ ਬਚਨ ਹੈ, ਕਦੀ ਵੀ
ਐਸੀ ਗੱਲ ਤੇ ਭਰੋਸਾ ਨਾ ਕਰੀ ਜਿਹੜੀ ਅਸੰਭਵ ਹੋਵੇ। ਐਸੀ ਗੱਲ ਤੇ ਕਦੀ ਭਰੋਸਾ ਨਾ ਕਰੀ ਜਿਹੜੀ ਅਸੰਭਵ ਦਾ ਭਾਵ ਜੋ ਹੋ ਨਾ ਸਕਦੀ ਹੋਵੇ। ਬੇਸ਼ੱਕ ਉਸ ਗੱਲ ਤੇ ਕੋਈ ਕਿੰਨਾ ਵੀ ਜ਼ੋਰ ਦੇਵੇ, ਪਰ ਉਸ ਗੱਲ ਤੇ ਕਦੀ ਭਰੋਸਾ ਨਾ ਕਰੇ। ਉਹ ਪੰਛੀ ਨੇ ਜਦੋਂ ਦੋ ਅਮੋਲਕ ਬਚਨ ਕਹੇ ਤੇ ਉਹ ਮਨੁੱਖ ਕਹਿੰਦਾ, ਦੋ ਅਮੋਲਕ ਬਚਨ ਤੇ ਦੱਸ ਦਿੱਤੇ ਨੇ, ਹੁਣ ਕਿਰਪਾ ਕਰ ਮੈਨੂੰ ਤੀਜਾ ਅਮੋਲਕ ਬਚਨ ਵੀ ਦੱਸ। ਉਹ ਪੰਛੀ ਕਹਿੰਦਾ, ਮੈਂ ਤੀਜਾ ਅਮੋਲਕ ਬਚਨ ਤੈਨੂੰ ਦੱਸਾਂ, ਇਸ ਤੋਂ ਪਹਿਲਾਂ ਮੈਂ ਤੈਨੂੰ ਇਹ ਦੱਸ ਦਿਆਂ ਵੀ ਤੂੰ ਮੈਨੂੰ ਛੱਡ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਹ ਬੰਦਾ ਕਹਿਣ ਲੱਗਾ, ਵੀ ਗਲਤੀ ਇਹ ਕਿਵੇਂ? ਕਹਿਣ ਲੱਗਾ, ਮੇਰੇ ਪੇਟ ਦੇ ਅੰਦਰ ਦੋ ਹੀਰੇ ਨੇ, ਜੇ ਕਿਤੇ ਤੂੰ ਮੈਨੂੰ ਲੈ ਜਾਂਦਾ, ਮੇਰੇ ਪੇਟ ਨੂੰ ਚਾਕ ਕਰ ਦੇਂਦੇ, ਅੰਦਰੋਂ ਦੋ ਹੀਰੇ ਕੱਢ ਲੈਂਦਾ ਤੇ ਤੂੰ ਜੀਵਨ ਦੇ ਅੰਦਰ ਅਮੀਰ ਬਣ ਜਾਣਾ ਸੀ, ਬੇਸ਼ੁਮਾਰ ਦੌਲਤ ਮਿਲ ਜਾਣੀ ਸੀ ਤੈਨੂੰ। ਤੂੰ ਤੇ ਬੜੀ ਵੱਡੀ ਗਲਤੀ ਕਰ ਦਿੱਤੀ ਹੈ ਜੋ ਮੈਨੂੰ ਛੱਡ ਦਿੱਤਾ ਹੈ। ਜਦੋਂ ਇੰਨੇ ਬਚਨ ਉਸ ਮਨੁੱਖ ਨੇ ਸੁਣੇ, ਕਿਉਂਕਿ ਮਨੁੱਖ ਦਾ ਸੁਭਾਅ ਹੈ, ਜਦੋਂ ਇਹ ਆਪਣੇ ਜੀਵਨ ਵਿੱਚ ਕੁਝ ਐਸਾ ਵੇਖਦਾ ਹੈ ਵੀ ਜਿੱਥੇ ਇਹਨੂੰ ਕੁਝ ਪ੍ਰਾਪਤ ਹੋਣਾ ਹੋਵੇ, ਭਾਵਾਂ ਕਿ ਇਹ ਗੱਲ ਉਹ ਗੱਲ ਤੇ ਇਹਦਾ ਭਰੋਸਾ, ਯਕੀਨ, ਅਕੀਦਾ ਨਾ ਹੋਵੇ, ਪਰ ਪਛਤਾਵਾ ਇਹਦੇ ਸਾਹਮਣੇ ਪਹਿਲਾਂ ਹੀ ਖੜਾ ਹੋ ਜਾਂਦਾ ਹੈ। ਇਹ ਪਛਤਾ ਕੇ ਉਸ ਜੀਵ, ਉਸ ਪੰਛੀ ਨੂੰ ਕਹਿੰਦਾ ਹੈ, ਚਲੋ ਮੈਂ ਆਪਣੇ ਜੀਵਨ ਵਿੱਚ ਇਹ ਬੜੀ ਵੱਡੀ ਗਲਤੀ ਕਰ ਤੇ ਬੈਠਾ। ਨਾਲੇ ਮੱਥੇ ਤੇ ਹੱਥ ਮਾਰਦਾ ਤੇ ਨਾਲੇ ਕਹਿੰਦਾ, ਚੱਲ ਹੁਣ ਕਿਰਪਾ ਕਰ ਮੈਨੂੰ ਤੀਜਾ ਅਮੋਲਕ ਬਚਨ ਤੇ ਦੱਸ। ਉਹ ਪੰਛੀ ਕਹਿੰਦਾ, ਵੀ ਅਸਲ ਵਿੱਚ ਤੂੰ ਤੀਜਾ ਅਮੋਲਕ ਬਚਨ ਦੇ ਲਾਇਕ ਹੀ ਨਹੀਂ। ਕਿਉਂ ਨਹੀਂ? ਕਹਿਣ ਲੱਗੇ, ਤੂੰ ਤੀਜੇ ਅਮੋਲਕ ਬਚਨ ਦੇ ਲਾਇਕ ਹੀ ਨਹੀਂ, ਮੇਰਾ ਮਨ ਕਰਦਾ ਹੀ ਨਹੀਂ ਤੈਨੂੰ ਤੀਜਾ ਅਮੋਲਕ ਬਚਨ ਦੱਸਾਂ। ਕਿਉਂ? ਕਹਿਣ ਲੱਗੇ, ਮੈਂ ਤੈਨੂੰ ਦੋ ਅਮੋਲਕ ਬਚਨ ਪਹਿਲੋਂ ਦੇ ਚੁੱਕਾ, ਤੂੰ ਉਹਨਾਂ ਨੂੰ ਕਮਾਇਆ ਹੀ ਨਹੀਂ। ਕਹਿਣ ਲੱਗੇ, ਅਸਲ ਵਿੱਚ ਤੂੰ ਖੁਦ ਸੋਚ, ਮੈਂ ਇੱਕ ਛੋਟਾ ਜਿਹਾ ਪੰਛੀ ਹਾਂ, ਮੇਰੇ ਇਸ ਛੋਟੇ ਜਿਹੇ ਪੇਟ ਅੰਦਰ ਦੋ ਹੀਰੇ ਕਿਵੇਂ ਹੋ ਸਕਦੇ ਨੇ? ਪਰ ਜਦੋਂ ਮੈਂ ਤੈਨੂੰ ਇਹ ਗੱਲ ਕਹੀ, ਤੂੰ ਬੜਾ ਪਛਤਾਇਆ। ਔਰ ਮੇਰਾ ਪਹਿਲਾ ਅਮੋਲਕ ਬਚਨ ਇਹ ਸੀ ਵੀ ਜੀਵਨ ਦੇ ਅੰਦਰ ਕਦੀ ਵੀ ਲੰਘ ਚੁੱਕੇ ਤੋਂ ਬਾਅਦ ਪਛਤਾਵਾ ਨਾ ਕਰੀ। ਤੂੰ ਪਹਿਲਾ ਮੇਰਾ ਅਮੋਲਕ ਬਚਨ ਮੰਨਿਆ ਨਹੀਂ। ਮੇਰਾ ਦੂਜਾ ਅਮੋਲਕ ਬਚਨ ਸੀ, ਐਸੀ ਗੱਲ ਤੇ ਭਰੋਸਾ ਨਾ ਕਰੀ ਜੋ ਅਸੰਭਵ ਹੋਵੇ। ਮੇਰੀ ਕਈ ਗੱਲ ਅਸੰਭਵ ਸੀ, ਮੇਰੇ ਛੋਟੇ ਜਿਹੇ ਪੇਟ ਅੰਦਰ ਦੋ ਹੀਰੇ ਕਿਵੇਂ ਹੋ ਸਕਦੇ ਨੇ? ਇਹ ਅਸੰਭਵ ਗੱਲ ਸੀ, ਪਰ ਤੂੰ ਭਰੋਸਾ ਕੀਤਾ। ਮੇਰਾ ਮਨ ਨਹੀਂ ਕਰਦਾ ਹੁਣ ਤੈਨੂੰ ਤੀਜਾ ਵੀ ਅਮੋਲਕ ਬਚਨ ਦਿਆਂ। ਪਰ ਉਹ ਬੰਦਾ ਜਦੋਂ ਅੱਗੇ ਹੱਥ ਜੋੜ ਕੇ ਕਹਿਣ ਲੱਗਾ, ਨਹੀਂ ਮੈਨੂੰ ਦੱਸ, ਤੇ ਉਸ ਪੰਛੀ ਨੇ ਇੱਕ ਗੱਲ ਕਹੀ। ਕਹਿਣ ਲੱਗੀ, ਗੱਲ ਚੇਤੇ ਰੱਖ, ਤੀਜੀ ਗੱਲ ਯਾਦ ਰੱਖੀ, ਜੋ ਤੇਰੇ ਕੋਲ ਗਿਆਨ ਹੈ ਨਾ, ਗਿਆਨ, ਉਸ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲਈ, ਕਮਾ ਲਈ। ਜਿੰਨੀ ਦੇਰ ਤੱਕ ਤੂੰ ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਕਮਾਉਂਦਾ ਨਹੀਂ, ਹੁਣ ਬੰਦੇ ਕੋਲ ਗਿਆਨ ਤੇ ਹੈ, ਪੰਛੀ ਛੋਟਾ ਜਿਹਾ ਗਿਆਨ ਤੇ ਸੀ, ਪਰ ਉਹ ਇੰਨਾ ਲਾਲਚ ਵਿੱਚ ਆ ਗਿਆ, ਸੋਚ ਕੇ ਮੱਥੇ ਤੇ ਹੱਥ ਮਾਰਨ ਲੱਗਾ ਵੀ ਮੇਰੇ ਕੋਲ ਗਲਤੀ ਹੋ ਗਈ। ਸਭ ਕਹਿੰਦੇ ਨੇ, ਜੇ ਤੇਰੇ ਕੋਲ ਗਿਆਨ ਹੈ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਅਗੰਮੀ ਗਿਆਨ ਹੈ। ਜੇ ਮਨੁੱਖ ਇਸ ਗਿਆਨ ਨੂੰ ਆਪਣੇ ਜੀਵਨ ਵਿੱਚ ਸਮਝਣਾ ਸ਼ੁਰੂ ਕਰ ਦੇਵੇ, ਨਾ ਇਹ ਬੀਤ ਚੁੱਕੇ ਤੇ ਪਛਤਾਏਗਾ, ਨਾ ਜੀਵਨ ਵਿੱਚ ਐਸੀਆਂ ਗੱਲਾਂ ਤੇ ਭਰੋਸਾ ਕਰੇਗਾ ਜੋ ਅਸੰਭਵ ਨੇ। ਅਸਲ ਵਿੱਚ ਅੱਜ ਮਨੁੱਖ ਕਰਦਾ ਹੈ। ਅੱਜ ਗੁਰੂ ਕਾ ਸਿੱਖ ਥਾਂ ਥਾਂ ਤੇ ਕਿਉਂ ਭਟਕਦਾ ਹੈ? ਕਿਉਂਕਿ ਇਹਨੂੰ ਆਪਣੇ ਸਤਿਗੁਰ ਦੇ ਅੰਮ੍ਰਿਤ ਬਚਨਾਂ ਤੇ ਭਰੋਸਾ ਨਹੀਂ। ਭਰੋਸਾ ਕਿਉਂ ਨਹੀਂ? ਕਿਉਂਕਿ ਇਹ ਸਿਰਫ ਬਾਹਰਮੁਖੀ ਗੁਰੂ ਨਾਲ ਜੁੜਿਆ ਹੈ। ਮੇਰੇ ਸਤਿਗੁਰ ਕਹਿੰਦੇ ਨੇ, ਸਿਰਫ ਬਾਹਰਮੁਖੀ ਨਹੀਂ, ਤੋ ਗੁਰੂ ਦੇ ਅੰਮ੍ਰਿਤ ਦਿੱਤੇ ਫਲਸਫੇ ਨੂੰ, ਗਿਆਨ ਨੂੰ ਸਮਝ। ਕਬੀਰ, ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਜਿੱਥੇ ਝੂਠ ਹੈ ਉੱਥੇ ਪਾਪ ਹੈ। ਜਹਾਂ ਲੋਭ ਤਹ ਕਾਲ ਹੈ, ਜਿੱਥੇ ਲੋਭ ਉੱਥੇ ਤੇ ਕਾਲ, ਮੌਤ ਖੜੀ ਹੋਈ ਹੈ। ਜਹਾਂ ਖਿਮਾ ਤਹ ਆਪ, ਔਰ ਜਿੱਥੇ ਖਿਮਾ ਹੈ ਉੱਥੇ ਮੇਰਾ ਮਾਲਕ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਆਪ ਨਿਵਾਸ ਕਰਦਾ ਹੈ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਤੂੰ ਸਤਿਗੁਰ ਦੇ ਦਿੱਤੇ ਅਗੰਮੀ ਗਿਆਨ ਦੇ ਨਾਲ ਜੁੜ। ਮਤ ਵਿੱਚ ਰਤਨ ਜਵਾਹਰ ਮਾਨਿਕ, ਜੇ ਗੁਰ ਕੀ ਸਿੱਖ ਸੁਣੀ ਗੁਰਾ। ਇੱਕ ਦੇ ਬਜਾਈ ਮੰਗ ਆਪਣੇ ਗੁਰੂ ਕੋਲੋਂ, ਮੇਰੇ ਸਤਿਗੁਰ ਮੈਨੂੰ ਸਮਝ ਦਿਓ। ਤੇ ਜਦੋਂ ਸਮਝ ਮਿਲ ਜਾਏ, ਫਿਰ ਮੇਰੇ ਸਤਿਗੁਰ ਕਹਿੰਦੇ ਨੇ, ਇਹਨੂੰ ਆਪਣੇ ਜੀਵਨ ਵਿੱਚ ਕਮਾ। ਉਦਮ ਕਰ, ਉਦਮ ਕਰੇਂਦਿਆਂ ਜਿਉ ਤੂੰ ਤਮਾਮ ਦਿਆਂ ਸੁਖ ਪਹੁੰਚ। ਤੇ ਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸਤਿਗੁਰ ਕਿਰਪਾ ਕਰਨ, ਸਾਨੂੰ ਇਹਨਾਂ ਗੱਲਾਂ ਦੀ ਸਮਝ ਸਤਿਗੁਰ ਦੇ ਚਰਨਾਂ ਵਿੱਚੋਂ ਪ੍ਰਾਪਤ